श्री वाहिगुरु साहिब जियो। बाणी गुरु गुरु है बाणी, विच बाणी अमृत सारी। गुरबाणी कहै सेवक जन मानै, परतख गुरु निस्तारे। वाहिगुरु साहिब जियो। ए शरीरा मेरिया इस जग में आई के क्या तुध कर्म कमाया। के कर्म कमाया तुध शरीरा, जा तू जग में आया। ए शरीरा मेरिया इस जग में आए कै क्या तुध कर्म कमाया। के कर्म कमाया तुध शरीरा, जा तू जग में आया। जिन हर तेरा रचन रचिया, सो हर मन ना वसाया। गुर प्रसादी हर मन वसिया, पूरब लिखिया पाया। कहे नानक एहो शरीर परवान हुआ, जिन सतगुर स्यों चित लाया। कहे नानक एहो शरीर परवान हुआ, जिन सतगुर स्यों चित लाया। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब महाराज पातशाह जी की पावन पवित्र हजूरी अंदर सुभाई मान गुरु प्यारी गुरु सवारी साध संगत जीओ। आप जी संध्या वेले दे पावन दीवाना विच जुड़ मिल बैठे हो। पावन बाणी का पाठ सत्कारयोग भाई साहब पासों आप जी ने श्रवण किया है। आओ समा है गुरमत विचारां दा। धन गुरु गुरु अमरदास महाराज पातशाह जी की पवित्र बाणी आनंद साहब की लड़ीवार तो आप विचार साझी कर रहे हैं। 35वीं पौड़ी अंदर धन गुरु गुरु अमरदास महाराज पातशाह जी ने अपने इस तन नूं इस शरीर नूं संबोधन होके मानो इस शरीर नूं एक सवाल किया है। की सवाल करते ने कि हे मेरे शरीर, तू जदों तो जन्म लैके संसार दे विच आया है, तां इस संसार विच आके तू केवल होर काम ही करता रहा है। केड़ा तू असल दे विच आके दुनिया दे विच कर्म कीता है, काम कीता है। तू कदी इस गल दी विचार नहीं कीती भी संसार दे विच आके काम की करना सी ते तू कर की रहा है। जीवन का मकसद की सी, मनोरथ की सी, वो तो तू भुलिया होया, वो तो विसार दिता तू मनोरथ।
पर ਜਿਹੜੇ कर्म तू कर रहे हैं इस शरीर ਦੇ ਰਾਹੀਂ कि ਉਹ कर्म ਜਿਹੜੇ ਹਨ ਤੈਨੂੰ ਉਸ ਮਾਲਕ ਉਸ ਪ੍ਰਭੂ ਦੇ ਨਾਲ ਜੋੜਦੇ ਹਨ। ਬਹੁਤ ਘੱਟ ਮਨੁੱਖ ਹੋਣਗੇ ਜਿਹੜੇ ਆਨੰਦ ਸਾਹਿਬ ਦੀ ਬਾਣੀ ਪੜ੍ਹਦਿਆਂ ਹੋਇਆਂ ਕਦੀ ਆਪਣੇ ਸਰੀਰ ਨਾਲ ਇਹ ਸਵਾਲ ਕਰਦੇ ਹੋਣ ਕਿ ਜਿੱਦਣ ਦਾ ਤੂੰ ਇਸ ਸੰਸਾਰ ਵਿੱਚ ਆਇਆ ਹੈ, ਜਿੰਨੀ ਵੀ ਉਮਰ ਹੋਈ ਹੈ, ਉਸ ਦਿਨ ਦਾ ਤੂੰ ਕਿਹੜਾ ਕੰਮ ਕੀਤਾ ਹੈ ਕਿ ਜਿਹਦੇ ਨਾਲ ਤੇਰੇ ਅੰਦਰ ਰੱਬੀ ਪਿਆਰ ਪੈਦਾ ਹੋਵੇ, ਜਿਸ ਦੇ ਕੀਤਿਆਂ ਤੇਰੇ ਅੰਦਰ ਰੱਬੀ ਯਾਦ ਪੈਦਾ ਹੋਵੇ, ਤੂੰ ਰੱਬ ਦੇ ਨੇੜੇ ਗਿਆ ਹੋਵੇਂ। ਪਰ ਤੁਸੀਂ ਵੇਖੋਗੇ ਮਨੁੱਖ ਨੇ ਉਹ ਕੰਮ ਉਹ ਕਰਮ ਕੀਤੇ ਹਨ ਜਿਹੜੇ ਮਨੁੱਖ ਨੂੰ ਰੱਬ ਤੋਂ ਦੂਰ ਤਾਂ ਲੈ ਕੇ ਗਏ, ਪਰ ਰੱਬ ਦੇ ਨੇੜੇ ਜਾਣ ਦੀ ਬਜਾਏ ਇਹ ਦੂਰ ਚਲਾ ਗਿਆ। ਤੇ ਜਿੰਨੇ ਵੀ ਇਹਨੇ ਕੰਮ ਕੀਤੇ, ਜਿੰਨੀਆਂ ਪ੍ਰਾਪਤੀਆਂ ਕੀਤੀਆਂ, ਉਸ ਹਰ ਇੱਕ ਪ੍ਰਾਪਤੀ ਦੇ ਨਾਲ ਇਹਨੇ ਆਪਣੇ ਮੈਂ ਨੂੰ ਜੋੜ ਕੇ ਤੇ ਹਮੇਸ਼ਾ ਹੀ ਆਪਣੇ ਆਪ ਨੂੰ ਵਡਿਆਉਣ ਦਾ ਯਤਨ ਕੀਤਾ ਵੀ ਆਹ ਕੰਮ ਮੈਂ ਕੀਤਾ, ਪ੍ਰਾਪਤੀ ਮੈਂ ਕੀਤੀ, ਇਸ ਤਰੀਕੇ ਨਾਲ ਕੀਤੀ, ਐਵੇਂ ਕੀਤੀ, ਪਰ ਹਰ ਚੀਜ਼ ਨਾਲ ਮੈਂ ਜੋੜੀ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਅੱਜ ਸਾਨੂੰ ਇਹ ਗੱਲ ਸਮਝਾਈ ਹੈ ਕਿ ਕਦੀ ਸਵਾਲ ਕਰੀ ਆਪਣੇ ਆਪ ਨਾਲ, ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ। ਤੂੰ ਕਿਹੜਾ ਕੰਮ ਜਿਹੜਾ ਹੈ ਕੀਤਾ ਸੰਸਾਰ ਵਿੱਚ ਆ ਕੇ, ਇਹ ਸੰਸਾਰ ਵਿੱਚ ਆ ਕੇ ਕਿਹੜਾ ਤੂੰ ਕਰਮ ਕਰਨਾ ਸੀ ਤੇ ਕਿਹੜਾ ਤੂੰ ਕਰਮ ਕੀਤਾ ਹੈ, ਇਸ ਗੱਲ ਦੀ ਤੂੰ ਕਦੀ ਵਿਚਾਰ ਕਰ। ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਵਿਚਾਰਦੇ ਹਾਂ, ਸਾਨੂੰ ਇਹ ਗੱਲ ਸਮਝ ਆਉਂਦੀ ਹੈ ਪਾਤਸ਼ਾਹ ਆਖਦੇ ਨੇ ਤੇਰੇ ਕਰਮ ਕੀ ਨੇ। ਕਰਮ ਸ਼ਬਦ ਕਿਰਿਆ ਧਾਤੂ ਤੋਂ ਬਣਿਆ ਤੇ ਇਹਦਾ ਅਰਥ ਹੁੰਦਾ ਹੈ ਕੁਝ ਕਰਨਾ। ਤੇ ਇਸ ਸੰਸਾਰ ਵਿੱਚ ਆ ਕੇ ਮਨੁੱਖ ਕੁਝ ਨਾ ਕੁਝ ਜ਼ਰੂਰ ਕਰਦਾ ਹੈ। ਹਰ ਇੱਕ ਮਨੁੱਖ ਦੇ ਕਰਮ ਜਿਹੜੇ ਨੇ ਬਣ ਰਹੇ ਨੇ, ਹਰ ਇੱਕ ਮਨੁੱਖ ਕੁਝ ਨਾ ਕੁਝ ਕਰ ਰਿਹਾ ਹੈ। ਮਨੁੱਖ ਦੇ ਮਨ ਵਿੱਚੋਂ ਪੈਦਾ ਹੋਇਆ ਖਿਆਲ ਮਨੁੱਖ ਦੇ ਜੀਵਨ ਤੇ ਪ੍ਰਭਾਵ ਪਾਉਂਦਾ ਹੈ। ਸਾਡੇ ਮਨ ਵਿੱਚ ਇੱਕ ਖਿਆਲ ਪੈਦਾ ਹੋ ਗਿਆ ਨਾ, ਉਹ ਖਿਆਲ ਵੀ ਜਿਹੜਾ ਸਾਡੇ ਸੁਭਾਅ ਦਾ ਹਿੱਸਾ ਹੈ ਤੇ ਸਾਡਾ ਸੁਭਾਅ ਸਾਡਾ ਜੀਵਨ ਹੈ। ਸਾਡੇ ਅੰਦਰ ਆਏ ਹੋਏ ਖਿਆਲ ਉਹ ਸਾਡਾ ਸੁਭਾਅ ਬਣਦੇ ਨੇ ਤੇ ਸਾਡਾ ਸੁਭਾਅ ਸਾਡਾ ਜੀਵਨ ਬਣਦਾ ਹੈ ਤੇ ਸਾਡਾ ਜੀਵਨ ਜਿਹੜਾ ਹੈ ਉਹ ਕਰਮਾਂ ਦੇ ਉੱਤੇ ਨਿਸ਼ਚਿਤ ਹੈ ਵੀ ਸਾਡੇ ਕਰਮ ਕਿਹੋ ਜਿਹੇ ਨੇ। ਜਿਹੋ ਜਿਹੇ ਸਾਡੇ ਖਿਆਲ ਨੇ, ਉਹੋ ਜਿਹੀ ਸਾਡੀ ਵਿਚਾਰ, ਉਹੋ ਜਿਹੀ ਸੋਚ, ਉਹੋ ਜਿਹੇ ਕਰਮ ਬਣਦੇ ਜਾਂਦੇ। ਦੁਨੀਆ ਦੇ ਅੰਦਰ ਕਰਮ ਸਿਧਾਂਤ ਨੂੰ ਕਈ ਧਰਮਾਂ ਨੇ ਬੜਾ ਪ੍ਰਮੁੱਖ ਮੰਨਿਆ। ਜਿਵੇਂ ਸਨਾਤਨੀ ਮਤ ਵਿੱਚ ਕਰਮ ਸਿਧਾਂਤ ਨੂੰ ਮੰਨਿਆ ਗਿਆ, ਲਾ ਆਫ ਕਰਮਾ। ਉਹ ਕਹਿੰਦੇ ਵੀ ਜਿਹੜਾ ਕਰਮ ਦਾ ਸਿਧਾਂਤ ਹੈ ਉਹ ਇਸ ਤਰੀਕੇ ਦਾ ਹੈ ਵੀ ਮਨੁੱਖ ਪਿਛਲੇ ਕੀਤੇ ਹੋਏ ਕਰਮਾਂ ਦੇ ਕਾਰਨ ਹੀ ਮਨੁੱਖ ਅੱਗੇ ਜੀਵਨ ਨੂੰ ਭੋਗਦਾ ਹੈ। ਸਨਾਤਨੀ ਮਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੋ ਮਨੁੱਖ ਕਰਮ ਕਰਦਾ ਹੈ ਉਹਦਾ ਫਿਰ ਅੱਗੇ ਉਹਨੂੰ ਫਲ ਮਿਲਦਾ ਹੈ। ਜਿਵੇਂ ਜਿਵੇਂ ਉਹ ਕਰਮ ਕਰੀ ਜਾਂਦਾ ਉਵੇਂ ਉਵੇਂ ਫਿਰ ਉਹਨੂੰ ਅੱਗੇ ਫਲ ਮਿਲਦਾ ਹੈ। ਤੇ ਉਹ ਇਹਨਾਂ ਦਾ ਮੰਨਣਾ ਇਹ ਵੀ ਹੈ ਵੀ ਇਹ ਕਰਮ ਕੋਈ ਇੱਕ ਜਨਮ ਦੇ ਨਹੀਂ, ਹੋ ਸਕਦਾ ਕਿੰਨੇ ਜਨਮਾਂ ਦੇ ਕਰਮ ਹੋ ਸਕਦੇ ਨੇ ਤੇ ਉਹਦਾ ਛੁਟਕਾਰਾ ਇੱਕ ਜਨਮ ਵਿੱਚ ਨਹੀਂ ਹੋ ਸਕਦਾ, ਕਈ ਜਨਮ ਲੱਗ ਜਾਣ। ਤਾਂ ਸਨਾਤਨੀ ਮਤ ਵਿੱਚ ਕਰਮ ਸਿਧਾਂਤ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਵੀ ਜਿਹੜੇ ਤੇਰੇ ਕੀਤੇ ਹੋਏ ਕਰਮ ਨੇ ਉਹਨਾਂ ਕਰਮਾਂ ਦੇ ਆਧਾਰ ਹੀ ਤੈਨੂੰ ਅੱਗੇ ਜੀਵਨ ਮਿਲਦਾ ਹੈ, ਤੈਨੂੰ ਜੀਵਨ ਭੋਗਣਾ ਪੈਂਦਾ ਹੈ। ਇਸੇ ਤਰ੍ਹਾਂ ਜੈਨ ਅਤੇ ਬੁੱਧ ਮਤ ਜਿਹੜਾ ਹੈ ਉਹ ਸਿਰਫ ਕਰਮ ਸਿਧਾਂਤ ਨੂੰ ਮੰਨਦਾ, ਉਹ ਰੱਬ ਨੂੰ ਨਹੀਂ ਮੰਨਦਾ।
ਉਹਦਾ ਮੰਨਣਾ ਹੈ ਵੀ ਕਰਮ ਸਿਧਾਂਤ ਦੀ ਵੀ ਜੇ ਕੋਈ ਮਨੁੱਖ ਕਰਮ ਕਰ ਰਿਹਾ ਤਾਂ ਜਿਸ ਮਨੁੱਖ ਨਾਲ ਉਹ ਮੰਨ ਲਓ ਵੀ ਜੁੜਿਆ ਹੈ ਜਾਂ ਜਿਹੜਾ ਕਰਮ ਕਰ ਰਿਹਾ ਹੈ, ਉਹ ਕਰਮ ਮਨੁੱਖ ਨੂੰ ਅਗਲੇ ਜਨਮ ਦੇ ਵਿੱਚ ਫਿਰ ਉਸ ਤਰ੍ਹਾਂ ਹੀ ਕਰਨੇ ਪੈਣਗੇ। ਜਿਵੇਂ ਮੈਂ ਸੁਣਿਆ ਇੱਕ ਵਾਰ ਕੋਈ ਮਨੁੱਖ ਖੂਹ ਦੇ ਵਿੱਚ ਡਿੱਗ ਗਿਆ, ਖੂਹ ਵਿੱਚ ਡਿੱਗਿਆ ਤੇ ਉਹ ਖੂਹ ਦੇ ਵਿੱਚੋਂ ਆਵਾਜ਼ ਮਾਰ ਰਿਹਾ ਵੀ ਮੈਨੂੰ ਕੋਈ ਬਾਹਰ ਕੱਢੇ। ਹੁਣ ਇੱਕ ਜੈਨੀ ਮਨੁੱਖ ਜਿਹੜਾ ਹੈ, ਜੈਨੀ ਸਾਧੂ ਜਿਹੜਾ ਹੈ, ਉਹ ਖੂਹ ਦੇ ਲਾਗਿਓਂ ਦੀ ਨਿਕਲ ਉੱਥੋਂ ਗੁਜ਼ਰ ਰਿਹਾ ਸੀ। ਉਹਨੇ ਆਵਾਜ਼ ਸੁਣੀ ਤੇ ਉਹਨੇ ਵੇਖਿਆ ਕਿ ਮਨੁੱਖ ਖੂਹ ਦੇ ਵਿੱਚ ਡਿੱਗਾ ਹੋਇਆ। ਹੁਣ ਡਿੱਗਿਆ ਹੋਇਆ ਮਨੁੱਖ ਆਵਾਜ਼ਾਂ ਮਾਰ ਰਿਹਾ ਕਿ ਮੈਨੂੰ ਬਾਹਰ ਕੱਢੋ, ਪਰ ਹੁਣ ਉਹ ਜੈਨੀ ਮਨੁੱਖ ਵੇਖ ਰਿਹਾ ਪਰ ਕੱਢ ਨਹੀਂ ਰਿਹਾ। ਤੇ ਉਹਦਾ ਅੱਗੋਂ ਜਵਾਬ ਹੈ, ਉਹ ਕਹਿਣ ਲੱਗਾ ਵੀ ਸੱਜਣਾ ਮੈਂ ਤੈਨੂੰ ਕੱਢ ਨਹੀਂ ਸਕਦਾ। ਉਹਨੇ ਆਖਿਆ ਕਿਉਂ? ਕਹਿਣ ਲੱਗਾ ਜੇ ਮੈਂ ਤੈਨੂੰ ਕੱਢਾਂਗਾ ਅਗਲੇ ਜਨਮ ਵਿੱਚ ਫਿਰ ਮੈਂ ਖੂਹ ਵਿੱਚ ਡਿੱਗਾਂਗਾ, ਫਿਰ ਤੈਨੂੰ ਆ ਕੇ ਕੱਢਣਾ ਪੈਣਾ, ਫਿਰ ਤੂੰ ਮੈਨੂੰ ਕੱਢੇਗਾ, ਫਿਰ ਅਗਲੇ ਜਨਮ ਦੇ ਵਿੱਚ ਫਿਰ ਤੂੰ ਡਿੱਗੇਗਾ, ਫਿਰ ਮੈਨੂੰ ਆਉਣਾ ਪੈਣਾ। ਇਸੇ ਤਰ੍ਹਾਂ ਮਨੁੱਖ ਡਿੱਗਦਾ ਰਹੇਗਾ, ਦੂਜਾ ਕੱਢਦਾ ਰਹੇਗਾ, ਫਿਰ ਦੂਜਾ ਡਿੱਗੇਗਾ, ਫਿਰ ਪਹਿਲੇ ਨੂੰ ਕੱਢਣਾ ਪਵੇਗਾ। ਇਸ ਕਰਕੇ ਮੈਂ ਤੈਨੂੰ ਕੱਢਦਾ ਹੀ ਨਹੀਂ। ਉਹਨਾਂ ਦਾ ਮੰਨਣਾ ਇਹ ਹੈ, ਭਾਵੇਂ ਬੁੱਧ ਧਰਮ ਹੈ, ਜੈਨ ਮਤ ਆ, ਉਹਨਾਂ ਦਾ ਮੰਨਣਾ ਹੈ ਵੀ ਕਰਮ ਸਿਧਾਂਤ ਪ੍ਰਮੁੱਖ ਹੈ, ਵੀ ਜੋ ਅਸੀਂ ਕਰਾਂਗੇ ਫਿਰ ਉਸ ਦੇ ਬਦਲ ਜਿਸ ਮਨੁੱਖ ਦਾ ਅਗਰ ਭਲਾ ਵੀ ਕੀਤਾ, ਕੋਈ ਕਾਰਜ ਕਿਸੇ ਦਾ ਕੀਤਾ ਹੈ, ਬਦਲੇ ਵਿੱਚ ਫਿਰ ਅਗਲੇ ਜਨਮ ਵਿੱਚ ਅਸੀਂ ਇਸ ਤਰ੍ਹਾਂ ਹੀ ਸਾਹਮਣੇ ਖੜੇ ਹੋਵਾਂਗੇ, ਉਸ ਮਨੁੱਖ ਨੂੰ ਉਸ ਤਰ੍ਹਾਂ ਹੀ ਕਰਨਾ ਪਵੇਗਾ। ਤਾਂ ਇਹ ਕਰਮ ਸਿਧਾਂਤ ਵੱਖ-ਵੱਖ ਧਰਮਾਂ ਨੇ ਇਹ ਵੱਖ-ਵੱਖ ਤਰੀਕੇ ਨਾਲ ਇਹਨੂੰ ਪੇਸ਼ ਕੀਤਾ ਹੈ। ਕਰਮ ਸਿਧਾਂਤ ਦੇ ਕੁਝ ਕੁ ਅਸਰ ਵੀ ਪਏ ਨੇ, ਜਿਵੇਂ ਕਿ ਕਰਮ ਸਿਧਾਂਤ ਜਿਹੜਾ ਹੈ ਮਨੁੱਖ ਨੂੰ ਰੱਬ ਵੱਲੋਂ ਨਾਸਤਿਕ ਵੀ ਬਣਾਉਂਦਾ ਹੈ। ਮਨੁੱਖ ਨਾਸਤਿਕ ਇਸ ਕਰਕੇ ਹੋਇਆ ਕਿਉਂਕਿ ਉਹਨੂੰ ਇਹ ਗੱਲ ਸਮਝ ਆਈ ਵੀ ਜੇ ਮੈਂ ਕਰਮ ਕਰਾਂਗਾ ਤੇ ਇਹਨਾਂ ਕੀਤੇ ਹੋਏ ਕਰਮਾਂ ਦਾ ਫਲ ਮੈਨੂੰ ਮਿਲਣਾ ਹੈ, ਤਾਂ ਫਿਰ ਰੱਬ ਕੀ ਚੀਜ਼ ਹੋਈ? ਰੱਬ ਤੇ ਫਿਰ ਰੱਬ ਦਾ ਕੋਈ ਫੈਸਲਾ ਹੋਇਆ ਹੀ ਨਹੀਂ। ਜੇ ਮੈਂ ਆਪਣੇ ਕੀਤੇ ਕਰਮਾਂ ਦਾ ਫਲ ਭੋਗਣਾ ਹੈ ਤੇ ਫਿਰ ਮੈਂ ਆਪਣੇ ਕਰਮਾਂ ਦੇ ਅਨੁਸਾਰ ਹੀ ਚੰਗੇ ਕੰਮ ਕਰਕੇ ਤੇ ਫਿਰ ਆਪ ਹੀ ਕਹਿਣ ਲੱਗੇ ਆਪਣਾ ਜੀਵਨ ਜਿਹੜਾ ਉਹ ਚੰਗਾ ਬਣਾ ਸਕਦਾ ਜਾਂ ਮਾੜਾ ਬਣਾ ਸਕਦਾ, ਤੇ ਮੇਰੇ ਹੱਥ 'ਚ ਫੈਸਲਾ ਹੋ ਗਿਆ ਨਾ। ਫਿਰ ਜੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਲੇਖਾ ਜੋਖਾ ਹੋਣਾ ਹੈ ਤਾਂ ਫਿਰ ਤਾਂ ਮੇਰੀ ਆਪਣੀ ਮਰਜ਼ੀ ਹੈ, ਮੈਂ ਚੰਗੇ ਕਰਾਂ ਕਿ ਮਾੜੇ ਕਰਾਂ। ਤਾਂ ਮਨੁੱਖ ਰੱਬ ਵੱਲੋਂ ਨਾਸਤਿਕ ਹੋ ਗਿਆ। ਦੂਜਾ, ਮਨੁੱਖ ਜਿਹੜੇ ਕਰਮ ਹਨ, ਇਹਨਾਂ ਕਰਮਾਂ ਦੇ ਪਿੱਛੇ ਮਨੁੱਖ ਦੀ ਇਹ ਵੀ ਸੋਚ ਕੰਮ ਕਰਦੀ ਸੀ ਕਿ ਜੇ ਕਿਤੇ ਮਨੁੱਖ ਕਰਮ ਕਰਨ ਲੱਗਿਆ ਇਹ ਵਿਚਾਰ ਕਰ ਲਵੇ, ਇਹ ਸੋਚ ਲਵੇ ਕਿ ਇਹਨਾਂ ਕੀਤੇ ਹੋਏ ਕੰਮਾਂ ਦਾ ਨਤੀਜਾ ਕੀ ਹੋਵੇਗਾ। ਜੋ ਮੈਂ ਅੱਜ ਕਰ ਰਿਹਾ ਵਾਂ ਇਹਨਾਂ ਦਾ ਨਤੀਜਾ ਕੀ ਹੋਵੇਗਾ, ਚੰਗਾ ਕਿ ਮਾੜਾ। ਜੋ ਵੀ ਅਸੀਂ ਕਰਮ ਕਰਨਾ ਹੈ ਜੇ ਉਹਨੂੰ ਵਿਚਾਰਿਆ ਜਾਵੇ, ਸਮਝਿਆ ਜਾਵੇ, ਤਾਂ ਜੋ ਵੀ ਕੀਤਾ ਹੋਇਆ ਕਰਮ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਨੁੱਖ ਦਾ ਜੀਵਨ ਬਣਾਉਂਦੇ ਨੇ। ਕੋਈ ਵੀ ਕਰਮ ਅੱਜ ਅਗਰ ਮਨੁੱਖ ਕਰ ਰਿਹਾ ਹੈ, ਜੋ ਅਸੀਂ ਅੱਜ ਹਾਂ ਅਸੀਂ ਕੱਲ ਹੋਣਾ ਹੈ, ਜੋ ਅਸੀਂ ਅੱਜ ਹਾਂ ਉਹ ਕੱਲ ਹੋਣਾ, ਜੋ ਅੱਜ ਹਾਂ ਅਸੀਂ ਕੱਲ ਇਹ ਕੰਮ ਕੀਤੇ ਸਨ। ਭਾਵ ਜਿਹੜਾ ਦਿਨ ਗੁਜ਼ਰ ਗਿਆ ਉਸ ਦਿਨ ਅਨੁਸਾਰ ਅੱਜ ਦਾ ਸਾਡਾ ਜੀਵਨ ਹੈ, ਜੋ ਅੱਜ ਅਸੀਂ ਕਰਾਂਗੇ ਉਹ ਸਾਡਾ ਆਉਣ ਵਾਲਾ ਭਵਿੱਖ ਹੋਵੇਗਾ। ਗੁਰਮਤਿ ਨੇ ਸਾਨੂੰ ਬੜੇ ਹੀ ਡੂੰਘੇ ਤਰੀਕੇ ਦੇ ਨਾਲ ਸਮਝਾ ਦਿੱਤਾ। ਜੇ ਸਨਾਤਨੀ ਮਤ ਵਿੱਚ, ਵਿਦਾਂਤ ਮਤ ਨੇ ਗੱਲ ਆਖੀ ਵੀ ਗਿਆਨ ਉੱਤਮ ਹੈ, ਤਾਂ ਉਹ ਕਰਮ ਸਿਧਾਂਤ ਦੀ ਜਦੋਂ ਗੱਲ ਕਰਦੇ ਨੇ ਤੇ ਗਿਆਨ ਨੂੰ ਸਾਹਮਣੇ ਰੱਖ ਕੇ ਜੀਵਨ ਦੀ ਗੱਲ ਕਰਦੇ ਨੇ ਵੀ ਗਿਆਨ ਜ਼ਰੂਰੀ ਹੈ ਕਰਮ ਸਿਧਾਂਤ ਨੂੰ ਸਮਝਣ ਵਾਸਤੇ, ਤੇ ਕਰਮ ਵੀ ਜ਼ਰੂਰੀ ਹਨ ਕਿਉਂਕਿ ਜਨਮ ਤੇ ਮਰਨ ਦਾ ਗੇੜ ਕਰਮਾਂ ਕਾਰਨ ਪੈਂਦਾ ਹੈ। ਉਹਨਾਂ ਦਾ ਮੰਨਣਾ ਕੁਝ ਕੁ ਧਰਮਾਂ ਨੇ ਕਰਮ ਸਿਧਾਂਤ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਕਿ ਉਹ ਕਹਿੰਦੇ ਵੀ ਜਿਹੜੇ ਕਰਮ ਹਨ ਅਤੇ ਜਿਹੜੀ ਕਿਸਮਤ ਹੈ ਉਹ ਇੱਕ ਸਮਾਨ ਹੈ। ਨਹੀਂ ਪਿਆਰਿਓ, ਇਹਨਾਂ ਵਿੱਚ ਅੰਤਰ ਹੈ। ਕਿਸਮਤ ਕੁਝ ਹੋਰ ਚੀਜ਼ ਹੁੰਦੀ ਹੈ, ਕਰਮ ਸਿਧਾਂਤ ਕੋਈ ਹੋਰ ਚੀਜ਼ ਹੁੰਦੀ ਹੈ। ਜਿਹੜੀ ਕਿਸਮਤ ਹੈ, ਕਿਸਮਤ ਆਪਾਂ ਕਿਹਨੂੰ ਕਹਿੰਦੇ ਆ? ਕਿਸਮਤ ਆਪਾਂ ਉਹ ਕਹਿੰਦੇ ਆ ਕੋਈ ਅਚਾਨਕ ਸਾਡੇ ਜੀਵਨ ਵਿੱਚ ਘਟਨਾ ਘਟ ਜਾਵੇ
ਤੇ ਆਪਾਂ ਇਹ ਸ਼ਬਦ ਵਰਤਦੇ ਆ ਵੀ ਮੇਰੀ ਕਿਸਮਤ ਵਿੱਚ ਲਿਖਿਆ ਹੋਇਆ ਸੀ। ਜਿਹੜੀ ਅਚਾਨਕ ਸਾਡੇ ਜੀਵਨ ਵਿੱਚ ਕੋਈ ਘਟਨਾ ਘਟਦੀ ਏ, ਜੇ ਤੇ ਉਹ ਮਾੜੀ ਹੋਵੇ ਘਟਨਾ, ਸਾਡੇ ਵਾਸਤੇ ਦੁਖਦ ਹੋਵੇ, ਆਪਾਂ ਕਹਿੰਦੇ ਮੇਰੀ ਕਿਸਮਤ ਬੜੀ ਮਾੜੀ ਹੈ। ਤੇ ਜੇ ਅਗਰ ਕੋਈ ਮਨੁੱਖ ਦੇ ਜੀਵਨ ਵਿੱਚ ਚੰਗਾ ਕੰਮ ਹੋ ਜਾਵੇ ਅਚਾਨਕ ਹੀ, ਜਿਹਦੇ ਬਾਰੇ ਸੋਚਿਆ ਨਾ ਹੋਵੇ, ਤੇ ਬੰਦਾ ਕਹਿੰਦਾ ਮੇਰੀ ਕਿਸਮਤ ਬੜੀ ਚੰਗੀ ਸੀ। ਮੰਨ ਲਓ ਕਿਸੇ ਨੇ ਸੋਚਿਆ ਬਈ ਮੈਂ ਇਸ ਦੁਨੀਆ ਦੇ ਅੰਦਰ ਕਿਸੇ ਚੰਗੇ ਅਹੁਦੇ ਤੇ ਪਹੁੰਚਣਾ ਹੈ, ਪਰ ਇੱਕ ਮਨੁੱਖ ਬੜੀ ਮਿਹਨਤ ਕਰਦਾ ਹੈ, ਬੜੀ ਮੁਸ਼ੱਕਤ ਕਰਦਾ ਹੈ, ਪਰ ਉਹ ਮਨੁੱਖ ਉਹ ਮੁਕਾਮ ਨੂੰ ਹਾਸਲ ਨਹੀਂ ਕਰ ਪਾਉਂਦਾ। ਅਖੀਰ ਮਨੁੱਖ ਕੀ ਕਹਿੰਦਾ, ਮੇਰੀ ਕਿਸਮਤ ਮਾੜੀ ਹੈ। ਪਰ ਇੱਕ ਉਹ ਮਨੁੱਖ ਹੈ ਜਿਹੜਾ ਮਿਹਨਤ ਬਿਲਕੁਲ ਨਹੀਂ ਕਰਦਾ ਪਰ ਮੁਕਾਮ ਹਾਸਲ ਹੋ ਜਾਂਦਾ ਹੈ, ਤਾਂ ਉਹ ਕਹਿੰਦਾ ਮੇਰੀ ਕਿਸਮਤ ਬੜੀ ਚੰਗੀ ਹੈ। ਜਾਂ ਅਸੀਂ ਕਹਿ ਦਿੰਦੇ ਹਾਂ ਫਲਾਣੇ ਦੀ ਕਿਸਮਤ ਬੜੀ ਚੰਗੀ ਹੈ, ਕਿਉਂ, ਉਹਨੇ ਇੰਨੀ ਮਿਹਨਤ ਨਹੀਂ ਕੀਤੀ ਪਰ ਉਹਨੂੰ ਫਲ ਬੜੀ ਛੇਤੀ ਪ੍ਰਾਪਤ ਹੋ ਗਿਆ। ਕਈ ਵਾਰੀ ਮਨੁੱਖ ਜਿਹੜੇ ਹਨ ਅਮੀਰਾਂ ਦੇ ਘਰਾਂ ਵਿੱਚ ਜਨਮ ਲੈ ਕੇ ਅਮੀਰ ਹੀ ਰਹਿੰਦੇ ਨੇ, ਤੇ ਕਈ ਮਨੁੱਖ ਜਿਹੜੇ ਹਨ ਉਹ ਸਦਾ ਹੀ ਗਰੀਬ ਰਹਿੰਦੇ ਨੇ। ਇੱਕ ਮਨੁੱਖ ਉਹ ਹਨ ਜਿਹੜੇ 4 ਘੰਟੇ ਕੰਮ ਕਰਕੇ ਤੇ 20 ਘੰਟਿਆਂ ਦੀ ਮਿਹਨਤ ਜਿਹੜੀ ਪ੍ਰਾਪਤ ਕਰ ਲੈਂਦੇ ਨੇ। ਇੱਕ ਉਹ ਮਨੁੱਖ ਨੇ 20 ਘੰਟੇ ਕੰਮ ਕਰਕੇ ਵੀ ਉਹਨਾਂ ਨੂੰ ਸਿਰਫ 4 ਘੰਟਿਆਂ ਦੀ ਮਿਹਨਤ ਮਿਲਦੀ ਹੈ। ਤਾਂ ਮਨੁੱਖ ਕਹਿੰਦਾ ਵੀ ਇਹ ਕਿਸਮਤ ਹੈ। ਕਿਸਮਤ ਅਤੇ ਕਰਮ ਸਿਧਾਂਤ ਵਿੱਚ ਬੜਾ ਫਰਕ ਹੈ। ਜਦੋਂ ਕੋਈ ਮਨੁੱਖ ਕਰਮ ਕਰਦਾ ਹੈ ਤੇ ਕਰਮ ਕਰੀ ਜਾ ਰਿਹਾ ਹੈ, ਤਾਂ ਮਨੁੱਖ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਕਰਮ ਕਰਦਿਆਂ ਹੋਇਆਂ ਸਾਨੂੰ ਰੱਬ ਦੇ ਹੁਕਮ ਨੂੰ ਵੀ ਮੰਨਣਾ ਪਵੇਗਾ। ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ, ਉਹਨਾਂ ਨੇ ਕਰਮ ਨੂੰ ਮਾੜਾ ਨਹੀਂ ਆਖਿਆ। ਗੁਰੂ ਨਾਨਕ ਸਾਹਿਬ ਨੇ ਆਖਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਸੱਚਾ ਆਪ ਸੱਚਾ ਦਰਬਾਰ, ਕਹਿਣ ਲੱਗੇ ਮਾਲਕ ਆਪ ਸੱਚਾ, ਉਹਦਾ ਦਰ ਵੀ ਸੱਚਾ ਹੈ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਉਹਦੇ ਦਰ ਤੇ ਕਰਮਾਂ ਦੀ ਵਿਚਾਰ ਹੁੰਦੀ ਹੈ। ਪਰ ਮਨੁੱਖ ਜਦੋਂ ਕਰਮ ਕਰਦਾ ਹੈ ਤਾਂ ਕੀਤੇ ਹੋਏ ਕਰਮਾਂ ਦੇ ਕਾਰਨ ਰੱਬ ਤੋਂ ਵਿਛੜ ਤੇ ਸਕਦਾ ਹੈ, ਪਰ ਦੁਨੀਆ ਦਾ ਕੋਈ ਮਨੁੱਖ ਐਸਾ ਨਹੀਂ ਵੀ ਜਿਹੜਾ ਆਪਣੇ ਕੀਤੇ ਹੋਏ ਕਰਮਾਂ ਦੇ ਨਾਲ ਦੁਬਾਰਾ ਰੱਬ ਨਾਲ ਮਿਲਾਪ ਕਰ ਲਵੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਿਚਾਰਧਾਰਾ ਹੈ। ਗੁਰੂ ਸਾਹਿਬ ਦਾ ਮੰਨਣਾ ਇਹ ਹੈ ਕਿ ਕੀਤੇ ਹੋਏ ਕਰਮਾਂ ਦੇ ਕਾਰਨ ਮਨੁੱਖ ਰੱਬ ਤੋਂ ਵਿਛੜ ਤਾਂ ਸਕਦਾ ਹੈ, ਪਰ ਆਪਣੇ ਕੀਤੇ ਹੋਏ ਕਰਮਾਂ ਦੇ ਨਾਲ ਰੱਬ ਨਾਲ ਮਿਲਾਪ ਨਹੀਂ ਕਰ ਸਕਦਾ। ਜੇ ਕਿਤੇ ਇਸ ਤਰ੍ਹਾਂ ਹੁੰਦਾ ਤੇ ਮਨੁੱਖ ਬੜਾ ਚਲਾਕ ਹੈ, ਇਹ ਸ਼ਾਤਰ ਹੈ, ਇਹ ਸਾਰੀ ਜ਼ਿੰਦਗੀ ਮਾੜੇ ਕੰਮ ਕਰਦਾ ਤੇ ਅਖੀਰ ਤੇ ਆ ਕੇ ਫਿਰ ਚੰਗੇ ਕਰਨੇ ਸ਼ੁਰੂ ਕਰ ਦਿੰਦਾ। ਔਰ ਹੁੰਦਾ ਵੀ ਇਸ ਤਰ੍ਹਾਂ ਹੈ। ਮੈਂ ਵੇਖਿਆ ਅਕਸਰ ਸਾਰੀ ਜ਼ਿੰਦਗੀ ਮਨੁੱਖ ਮਾੜੇ ਕੰਮ ਕਰਦਾ ਹੈ ਤੇ ਜਦੋਂ ਫਿਰ ਕੇਸ ਚਿੱਟੇ ਹੋਣ ਲੱਗਦੇ ਨੇ, ਹੁਣ ਕਹਿੰਦਾ ਧਰਮ ਕਮਾ ਲਈਏ, ਹੁਣ ਚੰਗੇ ਕੰਮ ਕਰ ਲਈਏ, ਕਿਉਂ ਕਿ ਹੁਣ ਅੱਗੇ ਜਾਣਾ ਹੈ। ਚਲਾਕੀ ਹੋਈ ਨਾ, ਇਹ ਸਿਆਣਪ। ਜਦੋਂ ਮਨੁੱਖ ਆਪਣੀ ਚਲਾਕੀ ਨੂੰ ਵਰਤਦਾ ਹੈ, ਆਪਣੀ ਸਿਆਣਪ ਨੂੰ ਵਰਤਦਾ ਹੈ ਵੀ ਸ਼ਾਇਦ ਹੋ ਸਕਦਾ ਅੱਜ ਤੱਕ ਤਾਂ ਮਾੜੇ ਕੰਮ ਕੀਤੇ ਨੇ, ਪਰ ਅੱਗੇ ਆਉਣ ਵਾਲੇ ਸਮੇਂ ਵਿੱਚ ਹੁਣ ਮੈਂ ਚੰਗੇ ਕਰ ਲਵਾਂ। ਪਾਤਸ਼ਾਹ ਕਹਿਣ ਲੱਗੇ ਨਹੀਂ, ਤੇਰੇ ਕਰਮਾਂ ਦੇ ਕਾਰਨ ਵਿਛੋੜਾ ਹੋ ਸਕਦਾ ਹੈ, ਪਰ ਮਿਲਾਪ ਉਹਦੀ ਬਖਸ਼ਿਸ਼ ਨਾਲ ਹੋਣਾ ਹੈ। ਇਸ ਕਰਕੇ ਭਾਵੇਂ ਵੱਖ-ਵੱਖ ਧਰਮਾਂ ਨੇ ਕਰਮ ਸਿਧਾਂਤ ਦੀ ਗੱਲ ਕੀਤੀ ਹੈ ਤੇ ਕਈ ਰੱਬ ਤੋਂ ਨਾਸਤਕ ਵੀ ਹੋ ਗਏ, ਪਰ ਗੁਰੂ ਨਾਨਕ ਸਾਹਿਬ ਨੇ ਜਿੱਥੇ ਕਰਮਾਂ ਦੀ ਗੱਲ ਕੀਤੀ ਉੱਥੇ ਰੱਬੀ ਹੁਕਮ ਦੀ ਵੀ ਗੱਲ ਕੀਤੀ। ਪਾਤਸ਼ਾਹ ਜੀ ਨੇ ਆਖਿਆ ਵੀ ਜਿਹੜੇ ਲੇਖ ਲਿਖੇ ਗਏ ਨੇ ਨਾ ਉਹ ਮਿਟ ਨਹੀਂ ਸਕਦੇ। ਜਿਹੜੇ ਲੇਖ ਲਿਖੇ ਗਏ ਰੱਬ ਨੇ ਲਿਖ ਦਿੱਤੇ, ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ। ਹਾਂ, ਪਰ ਇਸ ਘਰ ਦਾ ਸਿਧਾਂਤ ਇਹ ਵੀ ਹੈ, ਜੇ ਕਿਤੇ ਉਹ ਮਿਹਰ ਦੀ ਨਜ਼ਰ ਕਰ ਦੇਵੇ ਤੇ ਮਨੁੱਖ ਦੇ ਕਰਮਾਂ ਨੂੰ ਬਦਲ ਵੀ ਸਕਦਾ ਹੈ। ਜੇ ਕੋਈ ਮਨੁੱਖ ਅੱਜ ਤੱਕ ਕਰਮ ਕਰ ਰਿਹਾ ਹੈ ਤੇ ਉਹਨੇ ਬੇਅੰਤ ਐਸੇ ਕਰਮ ਕੀਤੇ ਨੇ ਜਿਹੜੇ ਚੰਗੇ ਨਹੀਂ ਸਨ, ਜਿਹੜੇ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਕੀਤੇ ਜਾ ਸਕਦੇ, ਤੇ ਮਨੁੱਖ ਜੇ ਕਿਤੇ ਮਾਲਕ ਦੇ ਦਰ ਤੇ ਆ ਕੇ ਜੁੜ ਜਾਵੇ ਤਾਂ ਉਹਦੇ ਕੀਤੇ ਹੋਏ ਕਰਮਾਂ ਨੂੰ ਬਖਸ਼ਿਆ ਵੀ ਜਾ ਸਕਦਾ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਅਜ਼ਾਮਲ ਵਰਗੇ ਹੋਏ ਨੇ, ਗਨਕਾ ਵਰਗੇ ਹੋਏ ਨੇ, ਪਰ ਕਈ ਮਨੁੱਖ ਇਹਨਾਂ ਨੂੰ ਸਾਹਮਣੇ ਰੱਖ ਕੇ ਹੀ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ। ਉਹ ਇਸ ਚੀਜ਼ ਦਾ ਤਰਕ ਦੇਣਾ ਸ਼ੁਰੂ ਕਰ ਦਿੰਦੇ ਨੇ, ਜੇ ਅਜ਼ਾਮਲ ਵਰਗੇ ਬਖਸ਼ੇ ਗਏ, ਜੇ ਗਨਕਾ ਵਰਗੀ ਬਖਸ਼ੀ ਗਈ, ਤਾਂ ਫਿਰ ਅਸੀਂ ਕਿਉਂ ਨਾ ਉਹ ਮਾੜੇ ਕੰਮ ਕਰ ਲਈਏ, ਅਸੀਂ ਵੀ ਬਖਸ਼ੇ ਜਾਵਾਂਗੇ। ਨਹੀਂ ਪਿਆਰਿਓ, ਪਹਿਲੀ ਗੱਲ ਤੇ ਇਹ ਜਿਹੜੇ ਕੰਮ ਅਜ਼ਾਮਲ ਕਰਦਾ ਸੀ, ਜਿਹੜੇ ਕਰਮ ਅਸਲ ਵਿੱਚ ਗਨਕਾ ਕਰਦੀ ਸੀ, ਉਹ ਕਰਮ ਸਮਾਜ ਨੂੰ ਕੋਈ ਸੇਧ ਦੇਣ ਵਾਲੇ ਨਹੀਂ ਸਨ।
जे आपां आखीए भी उन्हां दे जीवन ने ਜਿਹੜੇ ਉਹਨਾਂ ਨੇ ਕਰਮ ਕੀਤੇ, ਜਿਹੜੇ ਕੰਮ ਕੀਤੇ ਅਸੀਂ ਵੀ ਕਰ ਲਈਏ, ਤਾਂ ਉਹ ਸਮਾਜ ਨੂੰ ਸੇਧ ਦੇਣ ਵਾਲੇ ਕਰਮ ਨਹੀਂ ਸਨ। ਦੂਸਰੀ ਗੱਲ, ਉਹਨਾਂ ਦਾ ਜੀਵਨ ਜਦੋਂ ਬਦਲਿਆ ਤਾਂ ਉਹਨਾਂ ਨੇ ਮਾਲਕ ਦੀ ਗੱਲ ਨੂੰ ਪਹਿਲਾਂ ਸਮਝਿਆ, ਉਹਨਾਂ ਨੇ ਆਪਣੇ ਅੰਦਰ ਜੀਵਨ ਵਿੱਚ ਬਦਲਾਵ ਲੈ ਕੇ ਆਂਦਾ, ਉਹਨਾਂ ਨੂੰ ਸਮਝ ਲੱਗੀ ਗਿਆਨ ਦੀ, ਉਹਨਾਂ ਨੂੰ ਸਮਝ ਲੱਗੀ ਆਪਣੇ ਜੀਵਨ ਦੀ ਵੀ ਜੋ ਅੱਜ ਤੱਕ ਅਸੀਂ ਕਰਮ ਕੀਤੇ ਨੇ ਉਹ ਤਾਂ ਉਹ ਕਰਮ ਸਨ ਜਿਹੜੇ ਮਾਲਕ ਦੇ ਦਰ ਤੇ ਕਦੀ ਬਰਬਾਦ ਨਹੀਂ ਹੋਣ ਦਿੰਦੇ। ਤਾਂ ਇਹ ਕਰਮ ਹੁੰਦੇ ਨੇ ਸਹਿਜ ਸੁਭਾਅ ਕੀਤੇ ਹੋਏ। ਮਹਾਰਾਜ ਨੇ ਬਾਣੀ ਵਿੱਚ ਆਖਿਆ, ਇੱਕ ਬੱਚਾ ਸਹਿਜ ਸੁਭਾਅ ਜਿਵੇਂ ਕੋਈ ਕਰਮ ਕਰਦਾ ਹੈ, ਭਾਵੇਂ ਉਹ ਕਿੰਨੇ ਵੀ ਗੁਨਾਹ ਕਰ ਦੇਵੇ, ਕਿੰਨੇ ਵੀ ਅਪਰਾਧ ਕਰ ਦੇਵੇ, ਪਰ ਉਹ ਬੱਚੇ ਨੂੰ ਆਪਾਂ ਫਿਰ ਵੀ ਮਾਫ ਕਰ ਦਿੰਦੇ ਹਾਂ, ਕਿਉਂਕਿ ਸਾਨੂੰ ਪਤਾ ਹੁੰਦਾ ਹੈ ਵੀ ਇਸ ਬੱਚੇ ਨੇ ਜਾਣ ਬੁੱਝ ਕੇ ਇਹ ਕੰਮ ਨਹੀਂ ਕੀਤਾ। ਕਿ ਬੱਚਾ ਸਹਿਜ ਸੁਭਾਅ ਕਰਦਾ ਹੈ। ਤੇ ਮਹਾਰਾਜ ਨੇ ਬਾਣੀ ਵਿੱਚ ਵੀ ਆਖਿਆ, ਕਹਿ ਲਗੇ ਜੇ ਕਿਤੇ ਸਹਿਜ ਸੁਭਾਅ ਕੋਈ ਕਰਮ ਕਰਦਾ ਹੈ ਤਾਂ ਉਹ ਤਾਂ ਬਖਸ਼ਿਆ ਜਾ ਸਕਦਾ ਹੈ, ਕਰਮ ਬਦਲੇ ਜਾ ਸਕਦੇ ਨੇ। ਪਰ ਇੱਕ ਉਹ ਮਨੁੱਖ ਹੈ, ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ। ਇੱਕ ਉਹ ਮਨੁੱਖ ਹੈ ਜਿਹਨੂੰ ਪਤਾ ਆ ਪਰ ਉਹ ਜਾਣ ਬੁੱਝ ਕੇ ਕਰਦਾ ਆ, ਫਿਰ ਐਸਾ ਮਨੁੱਖ ਨਹੀਂ ਬਖਸ਼ਿਆ ਜਾ ਸਕਦਾ। ਇੱਕ ਸਹਿਜ ਸੁਭਾਅ ਗਲਤੀ ਕਰਦਾ ਹੈ, ਇੱਕ ਜਾਣ ਬੁੱਝ ਕੇ ਗਲਤੀ ਕਰਦਾ ਹੈ। ਤਾਂ ਇਹਨਾਂ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਮੇਰੇ ਪਾਤਸ਼ਾਹ ਆਖਦੇ ਨੇ, ਕਹਿ ਲਗੇ ਜਿੱਥੇ ਕੀਤੇ ਹੋਏ ਕਰਮਾਂ ਦੇ ਲੇਖ ਬਣਦੇ ਨੇ ਉਹ ਲੇਖ ਮਿਟੇ ਨਹੀਂ ਜਾ ਸਕਦੇ, ਪਰ ਜੇ ਕੋਈ ਸਹਿਜ ਸੁਭਾਅ ਗਲਤੀ ਕਰਦਾ ਹੈ, ਮਾਲਕ ਦੇ ਦਰ ਤੇ ਆਉਂਦਾ ਹੈ, ਤੇ ਇਹ ਘਰ ਇੰਨਾ ਦਿਆਲੂ ਹੈ ਕਿ ਉਹਦੇ ਕੀਤੇ ਹੋਏ ਕਰਮਾਂ ਨੂੰ ਬਦਲ ਵੀ ਸਕਦਾ ਹੈ, ਉਹਦੇ ਲੇਖਾਂ ਨੂੰ ਮਿਟਾ ਵੀ ਸਕਦਾ ਹੈ। ਇਹ ਮਾਲਕ ਦਾ ਦਰ ਇੰਨਾ ਸਮਰੱਥ ਹੈ। ਦੂਸਰੀ ਗੱਲ ਪਾਤਸ਼ਾਹ ਨੇ ਸਮਝਾ ਦਿੱਤੀ ਕਿ ਇਹ ਸੰਸਾਰ ਜਿਹੜਾ ਸਾਰਾ ਹੁਕਮ ਦੇ ਵਿੱਚ ਚੱਲ ਰਿਹਾ। ਤਾਂ ਇੱਥੇ ਇੱਕ ਗੱਲ ਸਮਝ ਆਵੇਗੀ, ਉਹ ਕਿਹੜੀ ਵੀ ਮਨੁੱਖ ਜਿਹੜਾ ਸੁਤੰਤਰ ਹੈ, ਆਜ਼ਾਦ ਹੈ, ਪਰ ਕਿਸੇ ਹੱਦ ਬੰਨੇ ਵਿੱਚ, ਕਿਸੇ ਹੱਦ ਬੰਨੇ ਵਿੱਚ। ਜਿਹੜੀ ਦੇਸ਼ ਦੀ ਇੱਕ ਸਰਹੱਦ ਹੈ, ਇੱਕ ਸੀਮਾ ਹੈ ਸਾਡੇ ਦੇਸ਼ ਦੀ, ਉਸ ਸੀਮਾ ਦੇ ਅੰਦਰ ਰਹਿ ਕੇ ਆਪਾਂ ਕਿਤੇ ਵੀ ਜਾ ਸਕਦੇ ਹਾਂ, ਕਿਤੇ ਵੀ ਆ ਸਕਦੇ ਹਾਂ, ਸਾਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਪਰ ਜਦੋਂ ਆਪਾਂ ਉਸ ਸੀਮਾ ਨੂੰ, ਉਸ ਤਾਰ ਨੂੰ ਦੂਜੇ ਪਾਸੇ ਲੰਘਣ ਦਾ ਯਤਨ ਕਰਦੇ ਹਾਂ, ਫਿਰ ਸਾਨੂੰ ਉਦੋਂ ਰੋਕਿਆ ਜਾਂਦਾ ਹੈ। ਉਦੋਂ ਕਿਉਂ ਰੋਕਿਆ ਜਾਂਦਾ ਹੈ? ਕਿਉਂਕਿ ਜਿੱਥੋਂ ਤੱਕ ਸਾਨੂੰ ਸੁਤੰਤਰਤਾ ਹੈ, ਜਿੱਥੋਂ ਤੱਕ ਸਾਨੂੰ ਆਜ਼ਾਦੀ ਹੈ, ਅਸੀਂ ਉੱਥੋਂ ਤੱਕ ਹੀ ਅਸਲ ਦੇ ਵਿੱਚ ਜਾ ਸਕਦੇ ਹਾਂ, ਉਸ ਤੋਂ ਬਾਹਰ ਨਹੀਂ। ਰੱਬ ਨੇ ਇੱਕ ਕਾਨੂੰਨ ਬਣਾਇਆ ਹੈ ਤੇ ਅਸੀਂ ਉਸ ਕਾਨੂੰਨ ਦੇ ਅੰਦਰ ਰਹਿ ਕੇ ਕਰਮ ਕਰਨੇ ਨੇ। ਜੇ ਅਸੀਂ ਉਸ ਕਾਨੂੰਨ ਨੂੰ ਤੋੜ ਕੇ, ਉਸ ਹੁਕਮ ਨੂੰ ਤੋੜ ਕੇ ਬਾਹਰ ਜਾਣ ਦਾ ਯਤਨ ਕਰਦੇ ਹਾਂ ਤੇ ਫਿਰ ਆਪਾਂ ਦੋਸ਼ੀ ਹੁੰਦੇ ਹਾਂ। ਫਿਰ ਉਹਨਾਂ ਕੀਤੇ ਹੋਏ ਕਰਮਾਂ ਦੀ ਸਾਨੂੰ ਸਜ਼ਾ ਵੀ ਮਿਲਦੀ ਹੈ, ਉਹ ਕਰਮਾਂ ਨੂੰ ਸਾਨੂੰ ਭੋਗਣਾ ਵੀ ਪੈਂਦਾ। ਤਾਂ ਕਿਤੇ ਨਾ ਕਿਤੇ ਕਰਮ ਸਿਧਾਂਤ ਸਾਡੇ ਵਾਸਤੇ ਚੰਗਾ ਵੀ ਹੈ। ਕਿਉਂ? ਸਾਨੂੰ ਕਰਮ ਜਿਹੜੇ ਨੇ ਬੁਰੇ ਪਾਸਿਓਂ ਬਚਾਉਂਦੇ ਨੇ। ਕਿ ਮਨੁੱਖ ਨੂੰ ਜਦੋਂ ਪਤਾ ਲੱਗਦਾ ਹੈ ਵੀ ਮੈਂ ਬੁਰੇ ਕੰਮ ਕਰਾਂਗਾ ਤੇ ਫਿਰ ਮੈਨੂੰ ਬੁਰੇ ਕੰਮਾਂ ਦੀ ਸਜ਼ਾ ਵੀ ਮਿਲੇਗੀ, ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਬਹੁਤੇ ਮਨੁੱਖ ਇਸ ਕਰਕੇ ਵੀ ਬਚੇ ਹੋਏ ਨੇ ਕਿ ਉਹਨਾਂ ਨੂੰ ਇਸ ਗੱਲ ਦਾ ਡਰ ਆ ਵੀ ਆਉਣ ਵਾਲੇ ਸਮੇਂ 'ਚ ਜੇ ਅਸੀਂ ਅੱਜ ਮਾੜੇ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਉਹਨਾਂ ਦੀ ਸਜ਼ਾ ਮਿਲੇਗੀ, ਉਹ ਭੁਗਤਣੇ ਪੈਣਗੇ। ਤਾਂ ਕਿਤੇ ਨਾ ਕਿਤੇ ਸਮਾਜ ਦੇ ਲੋਕ ਬਚੇ ਵੀ ਹੋਏ ਨੇ। ਮੇਰੇ ਪਾਤਸ਼ਾਹ ਜੀ ਨੇ ਬਾਣੀ ਅੰਦਰ ਬੇਅੰਤ ਥਾਵਾਂ ਤੇ ਐਸੀ ਕਿਰਪਾ ਕੀਤੀ, ਮਨੁੱਖ ਨੂੰ ਸੁਚੇਤ ਵੀ ਕੀਤਾ ਕਿ ਅੱਜ ਤੂੰ ਰੱਬ ਨੂੰ ਨਿੰਦਦਾ ਹੈ, ਅੱਜ ਤੂੰ ਰੱਬ ਨੂੰ ਮਾੜਾ ਕਹਿੰਦਾ ਹੈ, ਪਰ ਕੱਲ ਜਦੋਂ ਤੈਨੂੰ ਗੁਰੂ ਸੁਚੇਤ ਕਰਦਾ ਸੀ, ਪਰ ਉਦੋਂ ਤੂੰ ਸੁਚੇਤ ਕਿਉਂ ਨਹੀਂ ਹੋਇਆ? ਜਦੋਂ ਗੁਰੂ ਤੈਨੂੰ ਕਹਿੰਦਾ ਸੀ ਕਿ ਕਰਮੀ ਕਰਮੀ ਹੋਏ ਵਿਚਾਰ, ਉਦੋਂ ਤੂੰ ਕਿਉਂ ਨਹੀਂ ਖਿਆਲ ਕੀਤਾ? ਜਦੋਂ ਗੁਰੂ ਤੈਨੂੰ ਕਹਿੰਦਾ ਸੀ ਆਪੇ ਬੀਜ ਆਪੇ ਹੀ ਖਾਓ, ਤੂੰ ਉਦੋਂ ਸੁਚੇਤ ਕਿਉਂ ਨਹੀਂ ਹੋਇਆ? ਜਦੋਂ ਗੁਰੂ ਤੈਨੂੰ ਕਹਿੰਦਾ ਸੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉਦੋਂ ਸੁਚੇਤ ਕਿਉਂ ਨਹੀਂ ਹੋਇਆ? ਤੇ ਜੇ ਅੱਜ ਤੇਰੇ ਜੀਵਨ ਦੇ ਵਿੱਚ ਤੇਰੇ ਕੀਤੇ ਹੋਏ ਕਰਮ ਤੇਰੇ ਸਾਹਮਣੇ ਖੜੇ ਨੇ ਤੇ ਤੂੰ ਫਿਰ ਦੋਸ਼ੀ ਰੱਬ ਨੂੰ ਦੇ ਰਿਹਾ, ਲੋਕਾਂ ਨੂੰ ਦੇ ਰਿਹਾ, ਸਮਾਜ ਨੂੰ ਦੋਸ਼ੀ ਦੇ ਰਿਹਾ, ਤਾਂ ਇਹਦੇ ਵਿੱਚ ਕਿਸੇ ਦੀ ਫਿਰ ਗਲਤੀ ਨਹੀਂ, ਇਹਦੇ ਵਿੱਚ ਦੋਸ਼ ਤੇਰਾ ਆਪਣਾ, ਤੇਰੀ ਆਪਣੀ ਗਲਤੀ ਹੈ। ਕਿਉਂ? ਤੈਨੂੰ ਜੇ ਸਮਝਾਇਆ ਗਿਆ, ਤੈਨੂੰ ਜੇ ਦੱਸਿਆ ਗਿਆ, ਤੈਨੂੰ ਜੇ ਗਿਆਨ ਦਿੱਤਾ ਗਿਆ ਤੇ ਤੂੰ ਉਸ ਗਿਆਨ ਨੂੰ ਪੱਲੇ ਨਾਲ ਬੰਨ੍ਹ ਕੇ ਨਹੀਂ ਚੱਲਿਆ, ਉਹਨੂੰ ਸਮਝ ਕੇ ਨਹੀਂ ਚੱਲਿਆ, ਬਲਕਿ ਤੂੰ ਅਣਜਾਣ ਹੋ ਕੇ ਕਹਿਣ ਲੱਗੇ ਇਸ ਸੰਸਾਰ ਦੇ ਵਿੱਚ ਜੀਵਨ ਬਤੀਤ ਕਰਦਾ ਰਿਹਾ, ਪਰ ਤੈਨੂੰ ਸਮਝਾਇਆ ਗਿਆ ਸੀ, ਪਰ ਹੁਣ ਇਹਦਾ ਕੋਈ ਫਾਇਦਾ ਨਹੀਂ, ਹੁਣ ਇਹਦਾ ਕੋਈ ਲਾਭ ਨਹੀਂ। ਤਾਂ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ।
जो मैं किया सो मैं पाया, दोष ना दीजै अवरजना। हुण किसी होर नूं दोष ना दे। तो मेरे पातशाह जी आखते ने कभी अपने आप को सवाल करके वेखी भी जेड़े काम तू कर रहे हैं, जेड़े कर्म कर रहे हैं, कि वो तेरे करन लायक हन? क्योंकि भावें कि तेरे कीते हुए कर्मां दे कारण मिलाप नहीं हो सकता, पर कीते हुए कर्मां दे कारण तू रब दे नेड़े या दूर ते हो सकता है ना। ये कर्म तेनू रब दे नेड़े या रब तो दूर कर सकते हैं। इन्हां ते ठीक है। साहब आखते ने मिलाप उहदी किरपा नाल होना। कित कर्म के विछड़े कर किरपा मेलो राम। मिलाप उहदी बख्शिश नाल होना है, पर हाँ कर्म तेनू रब दे नेड़े ते दूर रख सकते हैं। तो मेरे पातशाह आखते ने अपने आप को कभी सवाल करी कि ये शरीरा मेरिया, इस जग में आए कै क्या तुद कर्म कमाया? इस संसार में आके तू केड़ा कर्म कीता है, केड़ा तू काम कीता है? कभी यदि तू विचार करी कि कर्म कमाया तुद शरीरा जां तू जग में आया, कि रब दे परमात्मा दे अनुसार तू काम कीते ने जेड़े उन्होंने भाउंदे होण। नहीं तो बाबा फरीद जी आखते ने फरीदा जिन्नी कमी नाहे गुण ते कमड़े विसार, मत शर्मिंदा थी वही साई दे दरबार। फिर ओहो जे काम ना कर, ऐसा काम मुले ना कीचै जित अंत पछताई। जित कीता पाइए अपना सा घाल बुरी क्यों घाली है? जे तेनू पता है भी मैं कीता अपना पाउना है, तो फिर मैं वो घालना वो काम वो कर्म क्यों करा? फिर सुचेत रह। तो महाराज पातशाह जी आखते ने ये शरीर असल दे विच एक खेत है, इत्थे तू कर्मां दी खेती करनी। खेत शरीर जो बीजिया सो अंत खलोआ आए। इस शरीर रूपी खेती विच जो तू फसल बीजेगा असल विच तेनू वड्ढनी पैनी, उहदा असर तेरे जीवन ते जरूर पवेगा। तो पातशाह आखते ने विचार कर अपने आप दी भी तू किहो जे ते किहड़े काम तू करदा है। जिन हर तेरा रचन रचिया सो हर मन न वसाया। सब तो उत्तम काम की सी? सब तो उत्तम काम सी रब दे नेड़े होना, रब दे वल अपने जीवन नू लैके जाना, रब दे राह ते तुरना, अपने मन नू प्रेरित करना कि हे मना तू अपने मूल नाल जुड़, मन तू जोत स्वरूप है अपना मूल पछाण। पर तू वो काम ते नहीं कीता, बल्कि साहब आखदे ने तू होर होर कर्म करदा रहा। जेड़े कर्म तू करदा रहा वो तेनू रब दा मिलाप नहीं करा सकदे। करनो हुतो सो नागियो परियो लोभ कै फंद, नानक समयो रम गयो अब क्यों रोवत अंध। जेड़ा काम करने वाला सी वो नहीं कीता, ते जेड़े नहीं सन काम करने तो उन्हां विच ही रुझा रहा। जिन हर तेरा रचन रचिया सो हर मन ना वसाया, गुर प्रसादी हर मन वसिया। जे तू किते गुरु दे चरनां नाल जुड़दा, गुरु दी तेरे उत्ते बख्शिश हुंदी ते हरि तेरे मन विच वसदा, पूर्व लिखिया पाया। हुण इत्थे पूर्वले कीते कर्मां दे कारण, पूर्वले पिछले कीते कर्मां दे कारण, हुण इत्थे कर्म जिहड़े ने काम आए साडे। क्यों? चंगे कर्म जिहड़े ने वो गुरु दे राही सानू करन दी प्रेरणा मिलदी है, ते चंगे कर्म सानू रब दे नेड़े लैके जांदे ने। तां वो चंगे कीते हुए काम जदों रब दे नेड़े लैके जांदे ने कि रब दी याद साडे अंदर, जिन्ने ज़्यादा ख्याल साडे मन विच पैदा हुंदे ने किसी दे प्रति, उन्नी याद पक्की हुंदी है। जिस चीज़ नूं आपां बार बार दोहराने आ, वो चीज़ साडे मन विच घर कर जांदी, वस जांदी है, फिर वो छेती भुलदी नहीं सन। इसे करके जिहड़े साडे कर्म ने वो संस्कार पैदा करते हैं जीवन में, वो संस्कार साडे सुभाव बन जाता है, सुभाव साडा जीवन बन जाता है। साहब आखदे ने पूर्वले कीते कर्मां दे संस्कारां दे कारण ही रब दी याद तेरे मन विच वसी, पर गुरु ने किरपा कीती है तेरे चंगे जीवन नूं वेख के। अखीर साहब कृपा करते ने कहे नानक यह शरीर परवान हुआ जिन सतगुर स्यों चित लाया। नानक जी आखते हैं कि जिस मनुख ने अपना अंतर आत्मे गुरु के चरणों नाल जोड़ लिया, उनका फिर शरीर भी सफला हो गया। उन्हें इस शरीर के राही जिन्ने भी कर्म किए, चंगे किए, भले किए, ते इस शरीर को भी लेखे विच लाया। सब कृपा करते ने, बख्शिश करते ने कि भलिया तेनू ये शरीर मिलिया, इस शरीर के राही चंगे कर्म कर, चंगे काम कर, चंगे कर्मां दे नाल तेरे संस्कार, तेरा सुभाव चंगा बनेगा, तेरा जीवन चंगा बनेगा, ते चंगे जीवन की कदर जिहड़ी है वो हर थां ते पैंदी है। ते गुरु भी चंगे जीवन नूं जिउण दी ही सानू सिੱਖਿਆ दिंदे हन। महाराज सानू सारिਆਂ ਨੂੰ चढ़दी कला बख्शण, होईयां भुल्लां चुकां दी खिमा। वाहिगुरू जी का खालसा, वाहिगुरू जी की फतेह।